ਹਾਂਜੀ, ਵੈਲਕਮ ਟੂ ਲਰਨ ਵਿਦ ਲੂਸੀਅਨ। ਸੋ ਫਰੈਂਡਸ, ਜਿੱਦਾਂ ਤੁਹਾਨੂੰ ਪਤਾ ਹੈ ਕਿ ਆਪਾਂ ਲੂਸੈਂਟ ਬੁੱਕ ਆ ਜਿਹੜੀ ਉਹਨੂੰ ਪੰਜਾਬੀ ਦੇ ਵਿੱਚ ਸਟੱਡੀ ਕਰ ਰਹੇ ਹਾਂ ਅਤੇ ਆਪਣਾ ਜੋਗਰਾਫੀ, ਹਿਸਟਰੀ, ਇੰਗਲਿਸ਼, ਇਸ ਤੋਂ ਬਿਨਾਂ ਹੋਰ ਜਿੱਦਾਂ ਕਿ ਪੋਲੀਟੀ ਹੋ ਗਿਆ, ਆਪਣੇ ਸਬਜੈਕਟ ਜਿਹੜੇ ਹੈਗੇ ਨੇ ਉਹ ਚੱਲ ਰਹੇ ਨੇ। ਸੋ ਅੱਜ ਆਪਾਂ ਗੱਲ ਕਰਦੇ ਹਾਂ ਜਿਓਗ੍ਰਾਫੀ ਦੀ। ਤਾਂ ਜਿਓਗ੍ਰਾਫੀ ਦੇ ਵਿੱਚ ਆਪਾਂ ਨੇ ਯੂਨੀਵਰਸਲ ਜਿਓਗ੍ਰਾਫੀ ਅਤੇ ਇੰਡੀਅਨ ਜਿਓਗ੍ਰਾਫੀ ਦੋਨੋਂ ਸਟਾਰਟ ਕਰ ਰੱਖੀਆਂ ਨੇ। ਅਤੇ ਕੱਲ੍ਹ ਆਪਾਂ ਨੇ ਇੰਡੀਅਨ ਜਿਓਗ੍ਰਾਫੀ ਦਾ ਪਹਿਲਾ ਲੈਕਚਰ ਜਿਹੜਾ ਹੈਗਾ ਉਹ ਪਾਇਆ ਸੀ, ਅਤੇ ਅੱਜ ਆਪਾਂ ਯੂਨੀਵਰਸਲ ਜਿਓਗ੍ਰਾਫੀ ਦਾ ਜਿਹੜਾ ਆਪਣਾ ਆਲਰੇਡੀ ਟੋਪਿਕ ਚੱਲ ਰਹੇ ਨੇ ਉਹਨਾਂ ਨੂੰ ਅੱਗੇ ਵਧਾਉਂਦੇ ਹਾਂ। ਤਾਂ ਲਾਸਟ ਲੈਕਚਰ ਦੇ ਵਿੱਚ ਹੁਣ ਤੱਕ ਆਪਾਂ ਨੇ ਪੜ੍ਹਿਆ ਸੀ ਯੂਨੀਵਰਸਲ ਜਿਓਗ੍ਰਾਫੀ ਦੇ ਵਿੱਚ ਸੋਲਰ ਸਿਸਟਮ, ਅਤੇ ਉਹਦੇ 'ਚ ਆਪਾਂ ਨੇ ਇਕੱਲੇ ਇਕੱਲੇ ਪਲੈਨਟ ਨੂੰ ਚੰਗੀ ਤਰ੍ਹਾਂ ਸਟੱਡੀ ਕੀਤਾ ਸੀਗਾ। ਤਾਂ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਜਿਹੜੇ ਨੈਪਚੂਨ ਤੱਕ ਜਿਹੜੇ ਹੈਗੇ ਨੇ 8 ਪਲੈਨਟ ਨੇ ਉਹ ਆਪਾਂ ਨੇ ਕੰਪਲੀਟ ਕਰ ਲਏ ਸੀਗੇ, ਉਹਨਾਂ ਦੀ ਸਟੱਡੀ ਕਰ ਲਈ ਸੀ। ਤਾਂ ਹੁਣ ਆਪਾਂ ਨੇ ਉਸ ਪਲੈਨਟ ਦੀ ਅੱਜ ਸਟੱਡੀ ਕਰਨੀ ਆ ਜਿਹੜਾ ਕਿਸੇ ਟਾਈਮ ਆਪਣਾ 9ਵਾਂ ਪਲੈਨਟ ਜਿਹੜਾ ਹੁੰਦਾ ਸੀ ਮੰਨਿਆ ਜਾਂਦਾ ਸੀ, ਬਟ ਉਸ ਤੋਂ ਬਾਅਦ ਉਹਨੂੰ ਕੁਛ ਕਾਰਨਾਂ ਕਰਕੇ ਉਹਨੂੰ ਪਲੈਨਟ ਦਾ ਜਿਹੜਾ ਦਰਜਾ ਵਾ ਉਹ ਉਹਦਾ ਕੈਂਸਲ ਕਰ ਦਿੱਤਾ ਗਿਆ ਸੀ, ਰੱਦ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਹਨੂੰ ਇੱਕ ਨਵਾਂ ਦਰਜਾ ਦੇ ਦਿੱਤਾ ਗਿਆ ਸੀ ਡਵਾਰਫ ਪਲੈਨਟ। ਤਾਂ ਅੱਜ ਆਪਾਂ ਗੱਲ ਕਰਦੇ ਹਾਂ ਪਲੂਟੋ ਦੀ। ਇਹ ਪਲੂਟੋ ਜਿਹੜਾ ਹੈਗਾ ਇਹ ਪਹਿਲਾਂ ਆਪਣੇ ਸੋਲਰ ਸਿਸਟਮ ਦਾ ਹਿੱਸਾ ਹੁੰਦਾ ਸੀ, ਇੱਕ ਫੁੱਲ ਫਲੈਜ ਪਲੈਨਟ ਦਾ ਦਰਜਾ ਇਹਨੂੰ ਮਿਲਿਆ ਹੁੰਦਾ ਸੀ, ਬਟ ਬਾਅਦ 'ਚੋਂ ਇਹਨੂੰ ਕਿਸੇ ਕਾਰਨ ਕਰਕੇ ਡਵਾਰਫ ਪਲੈਨਟ, ਡਵਾਰਫ ਦਾ ਮਤਲਬ ਹੁੰਦਾ ਬੌਣਾ ਹੈ, ਬੌਣਾ ਮਤਲਬ ਛੋਟੇ ਕੱਦ ਦਾ, ਤਾਂ ਛੋਟੇ ਕੱਦ ਦਾ ਬੌਣਾ ਡਵਾਰਫ ਪਲੈਨਟ ਦਾ ਜਿਹੜਾ ਹੈਗਾ ਉਹ ਦਰਜਾ ਦੇ ਦਿੱਤਾ ਗਿਆ। ਤਾਂ ਅੱਜ ਆਪਾਂ ਇਹਦੇ ਬਾਰੇ, ਪਲੂਟੋ ਬਾਰੇ ਛੋਟਾ ਜਿਹਾ ਲੈਕਚਰ ਜਿਹੜਾ ਹੈਗਾ ਉਹ ਕੰਟੀਨਿਊ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਕਹਿੰਦੇ ਜੀ ਪਲੂਟੋ ਇਜ਼ ਨਾਟ ਅ ਪਲੈਨਟ ਨਾਓ, ਮਤਲਬ ਕਿ ਪਲੂਟੋ ਹੁਣ ਇੱਕ ਗ੍ਰਹਿ ਨਹੀਂ ਰਿਹਾ, ਇੱਕ ਪਲੈਨਟ ਨਹੀਂ ਰਿਹਾ। ਤਾਂ ਉਹਦੇ ਬਾਰੇ ਆਪਾਂ ਪੜ੍ਹਦੇ ਹਾਂ। ਕਹਿੰਦਾ ਔਨ ਦਾ ਬੇਸਿਸ ਆਫ ਦਾ ਨਿਊ ਡੈਫੀਨੇਸ਼ਨ ਆਫ ਪਲੈਨਟ ਗਿਵਨ ਬਾਏ IAU। ਤਾਂ ਸਭ ਤੋਂ ਪਹਿਲਾਂ ਤੁਸੀਂ IAU ਆ ਜਿਹੜਾ ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਐਸਟਰੋਨੋਮੀਕਲ ਯੂਨੀਅਨ। ਇਹ ਇੱਕ ਯੂਨੀਅਨ ਬਣੀ ਹੋਈ ਹੈ, ਠੀਕ ਹੈ ਜੀ, ਜਿਹੜੀ ਕਿ ਆਪਣੇ ਯੂਨੀਵਰਸ ਬਾਰੇ ਰਿਸਰਚ ਵਗੈਰਾ ਕਰਦੀ ਆ, ਸਟੱਡੀ ਕਰਦੀ ਆ, ਸਰਵੇ ਵਗੈਰਾ ਕਰਦੀ ਆ। ਤਾਂ ਕਹਿੰਦੇ ਵੀ ਯੂਨੀਵਰਸ ਜਿਹੜੀ ਇਹ ਆਪਣੀ ਯੂਨੀਵਰਸ ਦੀ ਯੂਨੀਅਨ ਹੈ, ਇੰਟਰਨੈਸ਼ਨਲ ਐਸਟਰੋਨੋਮੀਕਲ ਯੂਨੀਅਨ। ਤਾਂ ਇਸ ਯੂਨੀਅਨ ਦੇ ਵਿੱਚ ਵਰਲਡ ਦੇ ਜਿਹੜੇ ਟੌਪ ਇੰਸਟੀਟਿਊਸ਼ਨ ਨੇ ਜਿਹੜੇ ਸਪੇਸ ਸਾਇੰਸ ਅਤੇ ਰਿਸਰਚ ਦੇ, ਜਿਵੇਂ ਆਪਣੀ ਨਾਸਾ ਹੋ ਗਈ, ਇਸਰੋ ਹੋ ਗਈ, ਠੀਕ ਆ ਜੀ, ਆਪਣਾ ਜਾਕਸਾ ਹੋ ਗਿਆ, ਇਸ ਤੋਂ ਬਿਨਾਂ ਰੋਸਕੋਸਮੋਸ ਵਰਗੀਆਂ ਜਿਹੜੀਆਂ ਵੱਡੀਆਂ ਵੱਡੀਆਂ ਸਪੇਸ ਰਿਸਰਚ ਏਜੰਸੀਜ਼ ਨੇ, ਇਹਨਾਂ ਨੇ ਜਿਹੜੀ ਹੈਗੀ ਆ ਇੱਕ ਮੀਟਿੰਗ ਸੀਗੀ ਜਿਹੜੀ ਪ੍ਰਾਗ ਦੇ ਵਿੱਚ ਹੋਈ ਆ, ਚੈੱਕ ਰਿਪਬਲਿਕ ਦੇ ਵਿੱਚ। ਚੈੱਕ ਰਿਪਬਲਿਕ ਕੰਟਰੀ ਆ, ਪ੍ਰਾਗ ਉੱਥੋਂ ਦਾ ਸ਼ਹਿਰ ਹੈ, ਠੀਕ ਹੈ ਜੀ। ਅਤੇ ਇਹ ਜਿਹੜੀ ਮੀਟਿੰਗ ਆ ਇਹ ਇੰਟਰਨੈਸ਼ਨਲ ਐਸਟਰੋਨੋਮੀਕਲ ਯੂਨੀਅਨ ਨੇ ਕੰਡਕਟ ਕਰਾਈ ਸੀ। ਕਦੋਂ? ਅਗਸਤ 24, 2006। ਇਹ ਡੇਟ ਨੂੰ ਤੁਸੀਂ ਮਾੜਾ ਜਿਹਾ ਆਪਣੇ ਮਾਈਂਡ ਦੇ ਵਿੱਚ ਰੱਖਣਾ, ਕਿਉਂਕਿ ਇਸ ਡੇਟ ਨੂੰ ਪਲੂਟੋ ਜਿਹੜਾ ਹੈਗਾ ਉਹਨੂੰ ਆਪਣੇ ਪਲੈਨਟ ਦਾ ਦਰਜਾ ਜਿਹੜਾ ਹੈਗਾ ਉਹਦਾ ਖੋਹ ਕੇ ਉਹਨੂੰ ਡਵਾਰਫ ਪਲੈਨਟ ਦਾ ਜਿਹੜਾ ਹੈਗਾ ਉਹ ਦਰਜਾ ਦੇ ਦਿੱਤਾ ਗਿਆ ਸੀ। ਤਾਂ ਅਗਲੇ ਪੈਰਾਗ੍ਰਾਫ ਦੇ ਵਿੱਚ ਵੀ ਸੇਮ ਹੀ ਗੱਲ ਲਿਖੀ ਹੋਈ ਹੈ ਕਿ ਅੰਡਰ ਦਾ IAU's ਨਿਊ ਗਾਈਡਲਾਈਨ ਦਾ ਨੰਬਰ ਆਫ ਪਲੈਨਟਸ ਇਨ, ਵੀ ਪਹਿਲਾਂ ਜਿਹੜੇ ਸੀਗੇ ਉਹ 9 ਸੀਗੇ ਪਲੈਨਟ, ਉਸ ਤੋਂ ਬਾਅਦ ਰਿਡਿਊਸ ਹੋ ਗਿਆ, 8 ਹੋ ਗਏ ਨੇ। ਪਲੂਟੋ ਜਿਹੜਾ ਹੈਗਾ ਉਹਨੂੰ ਆਪਾਂ ਡਵਾਰਫ ਪਲੈਨਟ ਕਹਿਣ ਲੱਗ ਗਏ। ਤਾਂ ਜਿਹੜਾ ਇੱਕ ਚੀਜ਼ ਹੋਰ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਜਿਹੜੀ, ਉਹ ਇਹ ਹੈ ਕਿ ਜਿਹੜਾ ਪਲੂਟੋ ਆ ਇਹ 1930 ਦੇ ਵਿੱਚ ਜਾਣੀ ਕਹਿ ਲਓ ਵੀ ਡਿਸਕਵਰ ਹੋਇਆ ਸੀਗਾ। ਤਾਂ ਆ ਇੱਕ ਆਪਾਂ ਨੇ ਸਾਇੰਟਿਸਟ ਦਾ ਨਾਮ ਦਿੱਤਾ ਹੋਇਆ, ਇਹਦੀ ਪ੍ਰੋਨਾਂਸੀਏਸ਼ਨ ਤੁਸੀਂ ਜਿਵੇਂ ਮਰਜ਼ੀ ਦੇਖ ਲਓ, ਇਹਦਾ ਨਾਮ ਹੈ ਕਲਾਈਡ ਟੋਮਬੋਫ, ਠੀਕ ਹੈ ਜੀ। ਕਲਾਈਡ ਟੰਬੋਫ ਨੇ ਜਿਹੜਾ ਹੈਗਾ 1930 ਦੇ ਵਿੱਚ ਜਿਹੜਾ ਹੈਗਾ ਪਲੂਟੋ ਨੂੰ ਡਿਸਕਵਰ ਕੀਤਾ ਸੀ। ਅਤੇ 1930 ਤੋਂ ਲਗਾਤਾਰ 2006, 24 ਅਗਸਤ 2006 ਤੱਕ ਜਿਹੜਾ ਹੈਗਾ ਪਲੂਟੋ ਉਹ ਸੋਲਰ ਸਿਸਟਮ ਦੇ ਵਿੱਚ ਪਲੈਨਟ ਦਾ ਦਰਜਾ ਜਾਣੀ ਉਹਦਾ ਕਾਇਮ ਰਿਹਾ ਸੀ, ਉਹ 9th ਪਲੈਨਟ ਮੰਨਿਆ ਜਾਂਦਾ ਸੀ। ਅਤੇ 2006 ਤੋਂ ਬਾਅਦ ਉਹਦਾ ਦਰਜਾ ਜਿਹੜਾ ਹੈਗਾ ਪਲੈਨਟ ਦਾ ਉਹ ਕੈਂਸਲ ਕਰਕੇ ਉਹਨੂੰ ਡਵਾਰਫ ਪਲੈਨਟ ਜਿਹੜਾ ਹੈਗਾ
ਉਹ ਬਣਾ ਦਿੱਤਾ ਗਿਆ। ਇਸ ਪੈਰਾਗ੍ਰਾਫ ਦੇ ਵਿੱਚ, ਇਸ ਪੇਜ ਦੇ ਵਿੱਚ ਇੰਨੀ ਗੱਲ ਕਹੀ ਹੋਈ ਆ। ਤਾਂ ਤੁਸੀਂ ਕੀ ਯਾਦ ਰੱਖਣਾ? ਇੱਕ ਤਾਂ ਇੰਟਰਨੈਸ਼ਨਲ ਐਸਟਰੋਨੋਮੀਕਲ ਯੂਨੀਅਨ ਯਾਦ ਰੱਖਣੀ ਹੈ, ਅਤੇ ਇੱਕ ਤੁਸੀਂ ਯਾਦ ਰੱਖਣਾ ਕਿ ਪ੍ਰਾਗ ਦੇ ਵਿੱਚ 24 ਅਗਸਤ 2006 ਨੂੰ ਮੀਟਿੰਗ ਹੋਈ ਸੀ। ਤਾਂ ਉਸ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਪਲੂਟੋ, ਉਹਨੂੰ ਡਵਾਰਫ ਪਲੈਨਟ ਬਣਾਤਾ ਸੀ, ਪਲੈਨਟ ਦਾ ਦਰਜਾ ਜਿਹੜਾ ਉਹਦਾ ਕੈਂਸਲ ਕਰਤਾ ਸੀ। ਅਤੇ ਇਸ ਤੋਂ ਬਿਨਾਂ ਇੱਕ ਪੀਸ ਆਫ ਨੌਲੇਜ ਦੇ ਤੌਰ 'ਤੇ ਤੁਸੀਂ ਯਾਦ ਰੱਖਣਾ ਕਿ ਜਿਹੜਾ ਪਲੂਟੋ ਆ ਉਹ 1930 ਦੇ ਵਿੱਚ ਡਿਸਕਵਰ ਹੋਇਆ ਸੀ। ਅਤੇ ਕਿਹਨੇ ਡਿਸਕਵਰ ਕੀਤਾ ਸੀ? ਇਹ ਕਲਾਈਡ ਟੰਬੋਫ ਨੇ ਜਿਹੜਾ ਹੈਗਾ ਉਹ ਡਿਸਕਵਰ ਕੀਤਾ ਸੀ। ਠੀਕ ਹੈ ਜੀ। ਤਾਂ ਇੰਨੀ ਜਿਹੜੀ ਗੱਲ ਆ ਤੁਸੀਂ ਯਾਦ ਰੱਖਣੀ ਆ ਪਲੂਟੋ ਬਾਰੇ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਚਲੋ, ਇਸ ਤੋਂ ਬਾਅਦ ਵਾਲਾ ਤੁਹਾਨੂੰ ਪੁਆਇੰਟ ਪਤਾ ਹੀ ਹੈ ਕਿ ਹੁਣ ਜਿਹੜਾ ਹੈਗਾ ਪਲੂਟੋ ਨੂੰ ਛੱਡ ਕੇ ਬਾਕੀ ਜਿਹੜੇ ਕਲਾਸੀ ਪਲੈਨਟ ਨੇ ਉਹ ਕਿਹੜੇ ਨੇ? 8 ਪਲੈਨਟ ਨੇ। ਕਿਹੜੇ? ਉਹ ਤੁਹਾਨੂੰ ਪਤਾ ਹੀ ਹੈ ਕਿ ਮਰਕਰੀ ਹੈ, ਵੀਨਸ ਹੈ, ਅਰਥ ਹੈ, ਮਾਰਸ ਹੈ, ਜੁਪੀਟਰ ਹੈ, ਸੈਟਰਨ ਹੈ, ਯੂਰੇਨਸ ਆ ਅਤੇ ਨੈਪਚੂਨ ਆ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਉਸ ਤੋਂ ਬਾਅਦ ਕਹਿੰਦੇ ਇੱਕ ਪੀਸ ਆਫ ਨੌਲੇਜ ਹੈ, ਮਤਲਬ ਪੇਪਰ ਪੁਆਇੰਟ ਆਫ ਵਿਊ ਤੋਂ ਤੁਸੀਂ ਇਹਨੂੰ ਇੰਨਾ ਇੰਪੋਰਟੈਂਟ ਮੰਨ ਕੇ ਆਪਾਂ ਨਹੀਂ ਚੱਲਦੇ। ਜਿਹੜਾ ਇਹ ਨੂਮੈਰੀਕਲ ਡਿਨੋਮੀਨੇਸ਼ਨ ਦਾ ਜਿਹੜਾ ਟੌਪਿਕ ਆ, ਤਾਂ ਇਹਦੇ 'ਚ ਕੀ ਕਹਿ ਰਿਹਾ? ਕਹਿੰਦਾ ਜੀ ਕੁਝ ਹਫ਼ਤੇ ਬਾਅਦ ਇਹਨੂੰ ਜਿਹੜਾ ਪਲੂਟੋ ਹੈ ਇਹਨੂੰ ਸਬ ਪਲੈਨੇਟਰੀ ਸਟੇਟਸ ਦੇ ਦਿੱਤਾ ਹੈ ਕਿ ਪਲੈਨਟ ਤੋਂ ਛੋਟਾ ਸਟੇਟਸ, ਜਿਹੜਾ ਜਿਵੇਂ ਤੁਹਾਨੂੰ ਡਵਾਰਫ ਪਲੈਨਟ ਕਿਹਾ, ਤਾਂ ਉਹ ਦੇ ਦਿੱਤਾ ਗਿਆ। ਤਾਂ ਉਹੀ ਉਹਨੇ ਲਿਖਿਆ ਹੋਇਆ ਕਿ Pluto was given a new name to reflect its new status as a dwarf planet in September 2006। ਤਾਂ ਸਤੰਬਰ 2006 ਦੇ ਵਿੱਚ ਇਹਨੂੰ ਡਵਾਰਫ ਪਲੈਨਟ ਜਿਹੜਾ ਹੈਗਾ ਉਹਦਾ ਦਰਜਾ ਜਿਹੜਾ ਹੈਗਾ ਉਹ ਦੇ ਦਿੱਤਾ ਗਿਆ। ਅਗਸਤ 2006 ਦੇ ਵਿੱਚ ਇਹਦਾ ਜਿਹੜਾ ਉਹ ਹੈ 24 ਅਗਸਤ 2006 ਨੂੰ ਇਹਦਾ ਪਲੈਨਟ ਦਾ ਦਰਜਾ ਜਿਹੜਾ ਹੈਗਾ ਉਹ ਕੈਂਸਲ ਕਰਤਾ ਸੀ, ਅਤੇ ਸਤੰਬਰ 2006 ਦੇ ਵਿੱਚ ਇਹਨੂੰ ਨਵਾਂ ਦਰਜਾ ਜਿਹੜਾ ਹੈਗਾ ਉਹ ਡਵਾਰਫ ਪਲੈਨਟ ਦਾ ਉਹ ਦੇ ਦਿੱਤਾ ਗਿਆ ਸੀ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਇਹਨੂੰ ਇੱਕ ਨਵਾਂ ਨੰਬਰ ਕਹਿ ਸਕਦੇ ਹਾਂ, ਐਸਟਰੋਇਡ ਨੰਬਰ ਦੇ ਦਿੱਤਾ ਗਿਆ ਵਾ, ਜਿਹਨੂੰ ਆਪਾਂ ਕਹਿੰਦੇ ਹਾਂ ਮਾਈਨਰ ਪਲੈਨਟ ਸੈਂਟਰ MPC ਦੇ ਦੁਆਰਾ। ਇਹ ਇੱਕ ਔਰਗੇਨਾਈਜੇਸ਼ਨ ਆ, ਠੀਕ ਹੈ ਜੀ, ਜਿਹੜੀ ਕਿ ਛੋਟੇ ਪਲੈਨਟਸ ਨੂੰ ਮਤਲਬ ਡੀਲ ਕਰਦੀ ਆ, ਉਹਨਾਂ ਦਾ ਸਰਵੇ ਵਗੈਰਾ ਕਰਦੀ ਆ। ਤਾਂ ਇਹ ਨੰਬਰ ਕੀ ਸੀਗਾ? ਇਹ ਨੰਬਰ ਸੀਗਾ ਆਪਣਾ 13440। ਇਹ ਨੰਬਰ ਵੈਸੇ ਕਦੇ ਐਗਜ਼ਾਮ ਦੇ ਵਿੱਚ ਨਹੀਂ ਆਇਆ, ਬਟ ਐਜ਼ ਅ ਪੀਸ ਆਫ ਨੌਲੇਜ ਤੁਸੀਂ ਇਹਨੂੰ ਐਜ਼ ਅ ਫੈਕਟ ਤੁਸੀਂ ਯਾਦ ਰੱਖ ਸਕਦੇ ਹੋ, ਕਿਉਂਕਿ ਕਈ ਵਾਰੀ ਸੱਜੇ ਖੱਬਿਓਂ ਜੇ ਇਹ ਆ ਜਾਵੇ ਅਤੇ ਤੁਹਾਨੂੰ ਮਾੜਾ ਜਿਹਾ ਯਾਦ ਰਹਿ ਜਾਵੇ ਤਾਂ ਇਹ ਤੁਹਾਨੂੰ ਇੱਕ ਨੰਬਰ ਦਵਾ ਸਕਦਾ ਹੈ। ਤਾਂ ਇਸ ਲਈ ਤੁਸੀਂ ਇਹਨੂੰ ਮਾੜਾ ਜਿਹਾ ਧਿਆਨ 'ਚ ਰੱਖਣਾ। 134340 ਸਿੰਪਲੀ ਤੁਸੀਂ ਇਹਨੂੰ ਇੱਦਾਂ ਵੀ ਯਾਦ ਰੱਖ ਸਕਦੇ ਹੋ, ਨਹੀਂ ਤਾਂ 134340, ਜਾਂ ਫਿਰ ਕੀ ਆ 1,34,340, ਜਾਂ ਫਿਰ 1,34,34,0, ਜਿੱਦਾਂ ਤੁਸੀਂ ਮਰਜ਼ੀ ਇਹਨੂੰ ਯਾਦ ਰੱਖ ਲਓ। ਤਾਂ ਇਹ ਕਿਹਨੇ ਦਿੱਤਾ ਹੈ? ਇਹ ਮਾਈਨਰ ਪਲੈਨਟ ਸੈਂਟਰ, ਜਿਹਨੂੰ ਅਸੀਂ MPC ਕਹਿੰਦੇ ਹਾਂ, ਉਹਨੇ ਦਿੱਤਾ ਹੈ। ਜਿਹੜਾ ਕਿ ਕੀ ਹੈ, ਇੱਕ ਓਫੀਸ਼ੀਅਲ ਔਰਗੇਨਾਈਜੇਸ਼ਨ ਆ ਜਿਹੜੀ ਕਿ ਡਾਟਾ ਕਲੈਕਟ ਕਰਦੀ ਹੈ ਐਸਟਰੋਇਡਸ ਦਾ, ਕੋਮੇਟਸ ਦਾ, ਉਲਕਾ ਪਿੰਡ ਵਗੈਰਾ ਦਾ, ਠੀਕ ਹੈ ਜੀ, ਤਾਰਿਆਂ ਵਗੈਰਾ ਦਾ। ਉਸ ਤੋਂ ਬਾਅਦ ਅੱਗੇ ਕਹਿੰਦਾ ਪਲੂਟੋਜ਼ ਕੰਪੇਨੀਅਨ ਸੈਟੇਲਾਈਟ, ਜਾਣੀ ਕਿ ਪਲੂਟੋ ਦੇ ਜਿਹੜੇ ਚੰਦਰਮਾ ਸੀ ਜਾਂ ਉਪਗ੍ਰਹਿ ਸੀਗੇ, ਜਿਹਦੇ 'ਚ ਕੀ ਆਉਂਦਾ ਵਾ? ਇੱਕ ਤਾਂ ਆਉਂਦਾ ਵਾ ਚੈਰੋਨ, ਠੀਕ ਹੈ ਜੀ। ਚੈਰੋਨ ਜਿਹੜਾ ਹੈਗਾ, ਜਾਂ ਸ਼ੈਰੋਨ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ, ਇਹ ਪਲੂਟੋ ਦਾ ਲਾਰਜੈਸਟ ਮੂਨ ਸੀਗਾ, ਪਲੂਟੋ ਦਾ ਵੱਡਾ ਜਿਹੜਾ ਸੀਗਾ ਉਹ ਉਪਗ੍ਰਹਿ ਸੀਗਾ। ਇਸ ਤੋਂ ਬਿਨਾਂ ਨਿਕਸ ਅਤੇ ਹਾਈਡਰਾ, ਜਿਹੜੇ ਨਿਕਸ ਐਂਡ ਹਾਈਡਰਾ, ਇਹ ਵੀ ਪਲੂਟੋ ਦੇ ਉਪਗ੍ਰਹਿ ਨੇ। ਇਹਨਾਂ ਨੂੰ ਵੀ ਸੇਮ ਸਿਸਟਮ ਦਾ ਜਿਹੜਾ ਹੈਗਾ ਉਹ ਪਾਰਟ ਕੰਸੀਡਰ ਕੀਤਾ ਗਿਆ, ਗਿਣਿਆ ਗਿਆ, ਅਤੇ ਇਹਨਾਂ ਨੂੰ ਕੋਈ ਸੈਪਰੇਟ ਐਸਟਰੋਇਡ ਨੰਬਰ ਨਹੀਂ ਦਿੱਤਾ ਗਿਆ। ਇਹਨੂੰ ਪਲੂਟੋ ਦੇ ਵਿੱਚ ਹੀ ਉਹਨਾਂ ਦਾ ਹਿੱਸਾ ਹੀ ਜਿਹੜਾ ਹੈਗਾ ਵਾ ਪਲੂਟੋ ਦਾ ਉਹ ਮੰਨਿਆ ਗਿਆ ਵਾ। ਅਤੇ ਇਹਨਾਂ ਦਾ ਜਿਹੜਾ ਐਸਟਰੋਇਡ ਨੰਬਰ ਆ ਉਹ ਉਹਨਾਂ ਨੇ ਇੱਦਾਂ ਹੀ ਕਰਕੇ ਦੇ ਤਾ ਕਿ ਪਲੂਟੋ ਦੇ ਨੰਬਰ ਦੇ ਮਗਰ 1 2 3 ਰਿਸਪੈਕਟਿਵਲੀ ਲਾਤਾ ਹੈ। ਠੀਕ ਹੈ ਜੀ। ਇਹ ਕੋਈ ਬਹੁਤ ਇੰਪੋਰਟੈਂਟ ਪੁਆਇੰਟ ਨਹੀਂ ਹੈਗਾ, ਬਟ ਜਿੱਦਾਂ ਆਪਾਂ ਪਲੂਟੋ ਦੀ ਗੱਲ ਕਰ ਰਹੇ ਹਾਂ ਤਾਂ ਉੱਥੇ ਜੇ ਇਹ ਗੱਲ ਆਉਂਦੀ ਹੈ ਤਾਂ ਚਲੋ ਆਪਾਂ ਜੇ ਗੱਲ ਕਰ ਵੀ ਲਈ ਤਾਂ ਤੁਹਾਡੀ ਨੌਲੇਜ ਦੇ ਵਿੱਚ ਵਾਧਾ ਹੋ ਗਿਆ ਪਲੂਟੋ ਬਾਰੇ। ਤਾਂ ਇਸ ਤੋਂ ਬਾਅਦ ਅਗਲੀ ਲਾਈਨ ਜਿਹੜੀ ਹੈਗੀ ਆ ਉਹ ਕਹਿ ਰਿਹਾ ਕਿ ਬਿਫੋਰ ਲੂਜ਼ਿੰਗ ਇਟਸ ਪਲੈਨੇਟਰੀ ਸਟੇਟਸ ਔਨ 24 ਅਗਸਤ 2006 ਪਲੂਟੋ ਵਾਜ਼ ਦਾ ਆਊਟਰ ਮੋਸਟ ਪਲੈਨਟ ਆਫ ਦਾ ਸੋਲਰ ਸਿਸਟਮ। ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਪਲੂਟੋ ਜਿਹੜਾ ਹੈਗਾ ਉਹ 9ਵੇਂ ਨੰਬਰ ਦਾ ਜਿਹੜਾ ਹੈਗਾ ਉਹ ਪਲੈਨਟ ਸੀਗਾ। 9ਵਾਂ ਨੰਬਰ ਮਤਲਬ ਕਿ ਲਾਸਟ ਪਲੈਨਟ ਸੀਗਾ। ਲਾਸਟ ਪਲੈਨਟ ਮਤਲਬ ਕਿ ਆਊਟਰ ਮੋਸਟ, ਸਭ ਤੋਂ ਬਾਹਰ ਦਾ ਪਲੈਨਟ ਜਿਹੜਾ ਸੀਗਾ ਉਹ ਸੀਗਾ। ਤਾਂ ਹੁਣ ਜਿਹੜਾ ਹੈਗਾ, ਹੁਣ ਪਲੂਟੋ ਜਿਹੜਾ ਹੈਗਾ ਉਹ ਪਲੈਨਟ ਦਾ ਦਰਜਾ ਖੋ ਚੁੱਕਿਆ। ਤਾਂ ਹੁਣ ਸਾਡਾ ਆਊਟਰ ਮੋਸਟ ਪਲੈਨਟ ਕਿਹੜਾ? ਜਿਹੜਾ ਸਾਡਾ 8th ਪਲੈਨਟ ਹੈ।
ਜਿਹਨੂੰ ਆਪਾਂ ਨੈਪਚੂਨ ਕਹਿੰਦੇ ਆ। ਅਤੇ ਨੈਪਚੂਨ ਜਿਹੜਾ ਹੈਗਾ ਇਹ ਕੋਲਡੈਸਟ ਪਲੈਨਟ ਹੈ, ਸਭ ਤੋਂ ਠੰਡਾ ਜਿਹੜਾ ਹੈਗਾ ਪਲੈਨਟ, ਕਿਉਂਕਿ ਓਬਵੀਅਸ ਜੀ ਗੱਲ ਹੈ ਕਿ ਸੂਰਜ ਤੋਂ ਸਭ ਤੋਂ ਦੂਰ ਆ, ਇਹ 8ਵੇਂ ਨੰਬਰ 'ਤੇ ਹੈ, ਲਾਸਟ ਨੰਬਰ 'ਤੇ ਆ। ਤਾਂ ਇਸ ਕਰਕੇ ਇਹ ਸਭ ਤੋਂ ਠੰਡਾ ਪਲੈਨਟ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਹੈ। ਤਾਂ ਇੱਥੇ ਤੱਕ ਸੀਗੀ ਗੱਲ ਲੂਸੈਂਟ ਬੁੱਕ ਦੇ ਦੁਆਰਾ ਦੱਸੀ ਹੋਈ ਆਪਣੀ ਜਿਹੜੀ ਪਲੂਟੋ ਦੀ ਨੌਲੇਜ ਦੀ। ਤਾਂ ਇਹ ਸੀਗੀ ਲੂਸੈਂਟ ਬੁੱਕ ਦੇ ਵਿੱਚ ਜਿਹੜਾ ਦੱਸਿਆ ਹੋਇਆ ਉਹ। ਅਤੇ ਹੁਣ ਇਸ ਤੋਂ ਬਿਨਾਂ ਮੈਂ ਆਊਟਰ ਸੋਰਸਿਸ ਜਿੱਦਾਂ ਕਿ ਗੂਗਲ ਦੇ ਉੱਤੇ ਕਹਿ ਲਓ ਜਾਂ ਵਿਕੀਪੀਡੀਆ ਦੇ ਉੱਤੇ ਕਿਸੇ ਵੀ ਸੋਰਸ ਤੋਂ ਮੈਂ ਕੁਛ ਹੋਰ ਪੁਆਇੰਟ ਜਿਹੜੇ ਇਕੱਠੇ ਕੀਤੇ ਨੇ, ਜਿਹੜੇ ਤੁਹਾਨੂੰ ਮਤਲਬ ਇੰਪੋਰਟੈਂਟ ਆ ਸਕਦੇ ਨੇ ਪੇਪਰ ਦੇ ਵਿੱਚ ਜਾਂ ਤੁਹਾਡੇ ਲਈ ਜ਼ਰੂਰੀ ਨੇ। ਤਾਂ ਉਹ ਆਪਾਂ ਇੱਕ ਵਾਰੀ ਥੋੜ੍ਹੇ ਜਿਹੇ ਪੁਆਇੰਟ ਡਿਸਕਸ ਕਰ ਲੈਂਦੇ ਹਾਂ ਪਲੂਟੋ ਬਾਰੇ, ਕਿਉਂਕਿ ਬੁੱਕ ਦੇ ਵਿੱਚ ਉਹ ਨਹੀਂ ਦਿੱਤੇ ਹੋਏ, ਇਸ ਲਈ ਮੈਂ ਉਹ ਸਾਈਡ ਬਾਏ ਸਾਈਡ ਉਹ ਚੀਜ਼ ਸਟੱਡੀ ਕਰਕੇ ਲੱਭੇ ਆ। ਹਾਂਜੀ, ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਵਾਟ ਇਜ਼ ਅ ਡਵਾਰਫ ਪਲੈਨਟ। ਡਵਾਰਫ ਪਲੈਨਟ ਕਿਹਨੂੰ ਕਹਿੰਦੇ ਨੇ, ਇਹਦੀ ਇੱਕ ਮਾੜੀ ਜਿਹੀ ਡੈਫੀਨੇਸ਼ਨ ਆਪਾਂ ਕਰ ਲਈਏ। ਕਹਿੰਦਾ ਜੀ ਡਵਾਰਫ ਪਲੈਨਟ ਐਜ਼ ਡਿਫਾਈਨਡ ਬਾਏ IAU। IAU ਬਾਰੇ ਤੁਸੀਂ ਪੜ੍ਹ ਚੁੱਕੇ ਹੋ ਆਲਰੇਡੀ, ਤਾਂ ਮੈਂ ਤੁਹਾਨੂੰ ਵੈਸੇ ਹੀ ਦੱਸ ਦਿੰਦਾ, ਪੰਜਾਬੀ ਦੇ ਵਿੱਚ ਇਹਨਾਂ ਨੇ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ। ਤਾਂ ਕਹਿੰਦਾ ਇਹ ਇੱਕ ਕਲੈਸਟਰੀਅਲ ਬਾਡੀ ਆ, ਮਤਲਬ ਕਿ ਇਹ ਇੱਕ ਯੂਨੀਵਰਸਲ ਬਾਡੀ ਹੈ, ਠੀਕ ਹੈ ਜੀ। ਤਾਂ ਜਿਹੜੀ ਕਿ ਡਾਇਰੈਕਟ ਔਰਬਿਟ ਆਫ ਦਾ ਸਨ ਦੈਟ ਇਜ਼ ਮੈਸਿਵ ਇਨਫ ਦੈਟ ਇਜ਼ ਸ਼ੇਪ ਇਜ਼ ਕੰਟਰੋਲਡ ਬਾਏ ਗ੍ਰੈਵੀਟੇਸ਼ਨਲ ਫੋਰਸਿਸ ਰੈਦਰ ਦੈਨ ਮਕੈਨੀਕਲ ਫੋਰਸਿਸ। ਇਹਦਾ ਮਤਲਬ ਇਹ ਹੈ ਕਿ ਇੱਕ ਤਾਂ ਉਹ ਮਤਲਬ ਸੂਰਜ ਦੀ ਪਰਿਕਰਮਾ ਦੇ ਰਸਤੇ ਦੇ ਵਿੱਚ ਆਉਂਦਾ ਹੈ, ਜਿਹੜਾ ਡਵਾਰਫ ਪਲੈਨਟ ਹੈ ਉਹ ਪਰਿਕਰਮਾ ਕਰਦਾ ਹੈ, ਉਹ ਸੂਰਜ ਦੀ ਉਹਦੇ ਰਸਤੇ ਦੇ ਵਿੱਚ ਆਉਂਦਾ ਹੈ, ਠੀਕ ਹੈ ਜੀ। ਔਰਬਿਟ ਦਾ ਮਤਲਬ ਉਹੀ ਆ ਜਿਹੜਾ ਇਹਨਾਂ ਦੀ ਪਰਿਕਰਮਾ ਦਾ ਰਸਤਾ ਹੈ। ਅਤੇ ਦੂਜੀ ਗੱਲ ਕਹਿੰਦਾ ਵੀ ਜਿਹੜਾ ਉਹ ਘੁੰਮ ਰਿਹਾ ਵਾ, ਔਰਬਿਟ ਕਰ ਰਿਹਾ ਵਾ, ਤਾਂ ਉਹ ਜਿਹੜਾ ਹੈਗਾ ਉਹ ਗ੍ਰੈਵੀਟੇਸ਼ਨਲ ਫੋਰਸ ਕਰਕੇ ਕਰ ਰਿਹਾ ਵਾ। ਮਤਲਬ ਉਹ ਕੁਦਰਤੀ ਜਿਹੜੀ ਸੂਰਜ ਦਾ ਆਕਰਸ਼ਣ ਹੈ, ਜਿਹੜਾ ਗੁਰੂਤਾ ਸ਼ਕਤੀ ਹੈ, ਜਿਹੜੀ ਜਿਵੇਂ ਆਪਾਂ ਪੜ੍ਹਦੇ ਹਾਂ ਕਿ ਆਪਣੇ ਧਰਤੀ ਦੀ ਵੀ ਸ਼ਕਤੀ ਹੈ, ਉੱਦਾਂ ਹੀ ਸਾਰੇ ਪਲੈਨਟਸ ਦੀ ਹੈਗੀ ਹੈ, ਜਿਹਦੇ ਕਰਕੇ ਹੀ ਇਹ ਜਿਹੜੇ ਹੈਗੇ ਨੇ ਸਾਰੇ ਸੂਰਜ ਦੇ ਆਲੇ ਦੁਆਲੇ ਘੁੰਮਦੇ ਨੇ। ਤਾਂ ਜਿਹੜਾ ਡਵਾਰਫ ਪਲੈਨਟ ਆ ਉਹ ਵੀ ਜਿਹੜਾ ਹੈਗਾ ਉਹ ਗੁਰੂਤਾ ਸ਼ਕਤੀ ਦੇ ਕਾਰਨ ਹੀ ਸੂਰਜ ਦੀ ਔਰਬਿਟ ਦੇ ਵਿੱਚ ਘੁੰਮਦਾ ਹੈ। ਅਤੇ ਕੋਈ ਮਕੈਨੀਕਲ ਫੋਰਸ ਮਤਲਬ ਕਿ ਕੋਈ ਬੰਦੇ ਦੁਆਰਾ ਬਣਾਈ ਕੋਈ ਮਸ਼ੀਨਰੀ ਦੀ ਪਾਵਰ ਜਿਹੜੀ ਹੈਗੀ ਆ ਉਹਨੂੰ ਨਹੀਂ ਘੁਮਾਉਂਦੀ। ਪਰ ਨੈਕਸਟ ਜਿਹੜਾ ਪੁਆਇੰਟ ਹੈ ਉਹ ਬੜਾ ਇੰਪੋਰਟੈਂਟ ਹੈ ਕਿ ਜਿਹੜਾ ਡਵਾਰਫ ਪਲੈਨਟ ਹੈ ਉਹਦਾ ਜਿਹੜਾ ਆਲੇ ਦੁਆਲੇ ਦਾ ਨੇਬਰਹੁੱਡ ਏਰੀਆ ਵਾ ਉਹ ਕਲੀਅਰ ਨਹੀਂ ਹੁੰਦਾ। ਮਤਲਬ ਕੀ ਆ, ਉਹਦੇ ਆਲੇ ਦੁਆਲੇ ਪੱਥਰ ਕੰਕਰ ਜਾਂ ਹੋਰ ਆਪਣੀਆਂ ਸੈਲੈਸਟਰੀਕਲ ਬਾਡੀਜ਼ ਨੇ ਜਿਹੜੀਆਂ ਉਹ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਨੇ, ਠੀਕ ਹੈ ਜੀ। ਉਸ ਤੋਂ ਹੋ ਸਕਦਾ ਉਸ ਤੋਂ ਵੱਡੀਆਂ ਵੀ ਹੋਣ। ਤਾਂ ਇਹ ਜਿਹੜਾ ਕ੍ਰਾਈਟੀਰੀਆ ਵਾ ਇਹ ਜਿਹੜਾ ਹੈਗਾ ਇਹ ਡਵਾਰਫ ਪਲੈਨਟ ਆ ਜਿਹੜਾ ਉਹਦੇ 'ਚ ਕਲੀਅਰ ਨਹੀਂ ਹੁੰਦਾ। ਤਾਂ ਇਸ ਕਰਕੇ ਕਿਸੇ ਪਲੈਨਟ ਨੂੰ ਡਵਾਰਫ ਪਲੈਨਟ ਜਿਹੜਾ ਹੈਗਾ ਉਹਦਾ ਦਰਜਾ ਦਿੱਤਾ ਜਾਂਦਾ ਹੈ। ਤਾਂ ਹੁਣ ਆਪਾਂ ਅੱਗੇ ਜਾ ਕੇ ਪੜ੍ਹਦੇ ਹਾਂ ਇਹਨਾਂ ਸ਼ਰਤਾਂ ਨੂੰ 1 ਬਾਏ 1, ਮਤਲਬ ਲਿਸਟ ਦੇ ਵਿੱਚ ਪੜ੍ਹਦੇ ਹਾਂ ਕਿ ਪਲੂਟੋ ਜਿਹੜਾ ਹੈਗਾ ਉਹਨੂੰ ਡਵਾਰਫ ਪਲੈਨਟ ਕਿਉਂ ਬਣਾਇਆ ਗਿਆ। ਤਾਂ ਆਹ 3 ਕੰਡੀਸ਼ਨਸ ਨੇ ਜੀ, ਇਹ ਸ਼ਰਤਾਂ ਨੇ ਜਿਹੜੀਆਂ IAU ਦੁਆਰਾ ਰੱਖੀਆਂ ਗਈਆਂ ਨੇ ਕਿਸੇ ਪਲੈਨਟ ਦਾ ਜਿਹੜਾ ਗ੍ਰਹਿ ਦਾ ਦਰਜਾ ਦੇਣ ਵਾਸਤੇ। ਤਾਂ ਕੀ ਹੈ ਜੀ, ਇੱਕ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਸੂਰਜ ਦੀ ਔਰਬਿਟ ਦੇ ਵਿੱਚ ਹੋਣਾ ਚਾਹੀਦਾ, ਮਤਲਬ ਸੂਰਜ ਦੇ ਆਲੇ ਦੁਆਲੇ ਘੁੰਮਣਾ ਚਾਹੀਦਾ, ਪਰਿਕਰਮਾ ਕਰਨਾ ਚਾਹੀਦਾ ਹੈ। ਦੂਜੇ ਨੰਬਰ 'ਤੇ ਕਹਿੰਦਾ ਜੀ ਇਟ ਹੈਜ਼ ਸਫੀਸ਼ੀਐਂਟ ਮਾਸ ਟੂ ਅਜ਼ਿਊਮ ਹਾਈਡਰੋਸਟੈਟਿਕ ਇਕੁਲਿਬਰੀਅਮ ਨੀਅਰਲੀ ਰਾਊਂਡ ਸ਼ੇਪ। ਇਹਦਾ ਸਿੰਪਲ ਲਫ਼ਜ਼ਾਂ ਦੇ ਵਿੱਚ ਮਤਲਬ ਆ ਕਿ ਉਹ ਨੀਅਰਲੀ ਮਤਲਬ ਲਗਭਗ ਗੋਲ ਹੋਣਾ ਚਾਹੀਦਾ ਸ਼ੇਪ ਦੇ ਵਿੱਚ, ਉਹ ਸਫੈਰੀਕਲ ਜਾਂ ਰਾਊਂਡ ਸ਼ੇਪ ਦਾ ਹੋਣਾ ਹੀ ਚਾਹੀਦਾ ਹੈ, ਠੀਕ ਹੈ ਜੀ। ਅਤੇ ਤੀਜਾ ਜਿਹੜਾ ਪੁਆਇੰਟ ਆ, ਤੀਜੀ ਜਿਹੜੀ ਸ਼ਰਤ ਆ ਉਹ ਹੈ ਕਿ ਇਟ ਹੈਜ਼ ਕਲੀਅਰਡ ਦਾ ਨੇਬਰਹੁੱਡ ਅਰਾਊਂਡ ਇਟਸ ਔਰਬਿਟ। ਮਤਲਬ ਕੀ ਆ ਕਿ ਇਹ ਆਪਣੇ ਆਲੇ ਦੁਆਲੇ ਦਾ ਨੇਬਰਹੁੱਡ, ਆਪਣਾ ਆਂਢ ਗੁਆਂਢ ਦਾ ਏਰੀਆ ਵਾ ਜਿਹੜਾ ਉਹ ਆਪਣੀ ਗ੍ਰੈਵੀਟੇਸ਼ਨਲ ਫੋਰਸ ਕਰਕੇ ਕਲੀਅਰ ਕਰ ਦੇਣਾ, ਮਤਲਬ ਕਲੀਅਰ ਕਰਦਾ ਹੋਣਾ ਚਾਹੀਦਾ ਹੈ। ਇਹਦੇ ਆਲੇ ਦੁਆਲੇ ਬਹੁਤ ਜ਼ਿਆਦਾ ਭੀੜ ਨਹੀਂ ਹੋਣੀ ਚਾਹੀਦੀ ਸੈਲੈਸਟਰੀਅਲ ਬਾਡੀਜ਼ ਦੀ, ਠੀਕ ਆ ਜੀ। ਚਾਹੇ ਉਹ ਪੱਥਰ ਨੇ, ਚਾਹੇ ਉਹ ਕੋਈ ਹੋਰ ਉਪਗ੍ਰਹਿ ਬਾਹਲੇ ਜ਼ਿਆਦਾ ਮਤਲਬ ਵੱਡੇ ਛੋਟੇ ਜਾਂ ਕਿੱਦਾਂ ਕਰਕੇ ਇਹਦੇ ਆਲੇ ਦੁਆਲੇ ਜਿਹੜਾ ਹੈਗਾ ਉਹ ਬਹੁਤ ਕਚਰਾ ਜਾਂ ਕਹਿ ਲਓ ਕਿ ਭੀੜ ਨਹੀਂ ਹੋਣੀ ਚਾਹੀਦੀ, ਰਸ਼ ਨਹੀਂ ਹੋਣਾ ਚਾਹੀਦਾ ਹੈਗਾ ਬਾਡੀਜ਼ ਦਾ। ਤਾਂ ਇਹ ਜਿਹੜਾ ਹੈਗਾ ਉਹਨਾਂ ਨੂੰ ਕਲੀਅਰ ਕਰਦਾ ਰਹਿਣਾ ਚਾਹੀਦਾ ਵਾ ਲਾਈਨ ਦੇ ਵਿੱਚ। ਤਾਂ ਇਹ ਜਿਹੜਾ ਹੈਗਾ ਇਹ ਤੀਜਾ ਜਿਹੜਾ ਹੈਗਾ ਇਹ ਸ਼ਰਤ ਸੀ। ਤਾਂ ਪਲੂਟੋ ਜਿਹੜਾ ਹੈਗਾ ਉਹ ਡਵਾਰਫ ਪਲੈਨਟ ਇਸ ਲਈ ਬਣਿਆ ਹੈ ਕਿਉਂਕਿ ਉਹ ਜਿਹੜਾ ਪਹਿਲੀਆਂ 2 ਸ਼ਰਤਾਂ ਨੂੰ ਤਾਂ ਪੂਰੀਆਂ ਕਰਦਾ ਹੈ, ਠੀਕ ਹੈ ਜੀ। ਬਟ ਉਹ ਜਿਹੜੀ ਤੀਜੀ ਜਿਹੜੀ ਹੈਗੀ ਹੈ ਸ਼ਰਤ, ਜਿਹੜੀ ਕਿ ਕਲੀਅਰਿੰਗ ਦਾ ਨੇਬਰਹੁੱਡ ਏਰੀਆ ਵਾਲੀ, ਉਹਨੂੰ ਨਹੀਂ ਪੂਰੀ ਕਰ ਪਾ ਰਿਹਾ। ਇਸ ਲਈ ਜਿਹੜਾ ਹੈਗਾ ਪਲੂਟੋ ਨੂੰ ਤੀਜੀ ਸ਼ਰਤ ਨਾ ਪੂਰੀ ਕਰਨ ਦੇ ਚੱਕਰ ਦੇ ਵਿੱਚ ਉਹਨਾਂ ਨੇ ਪਲੈਨਟ ਦਾ ਦਰਜਾ ਉਹਦਾ ਹਟਾ ਕੇ ਉਹਨੂੰ ਡਵਾਰਫ ਪਲੈਨਟ ਬਣਾ ਦਿੱਤਾ ਗਿਆ। ਤਾਂ ਪਲੂਟੋ ਮੀਟਸ ਓਨਲੀ 2 ਆਫ ਥੀਜ਼ ਕ੍ਰਾਈਟੀਰੀਆ, ਲੂਜ਼ਿੰਗ ਆਊਟ ਔਨ ਦਾ ਥਰਡ
in all the billion of years it was lived there it has not managed to clear its neighborhood। ਆ ਗਈ ਗੱਲ ਉੱਥੇ ਹੀ ਕਿ ਇੰਨੇ ਸਾਲਾਂ ਦੇ ਵਿੱਚ ਇਹਨੇ ਆਪਣਾ ਜਿਹੜਾ ਏਰੀਆ ਵਾਲੇ ਦੁਆਲੇ ਦਾ ਆਪਣੇ ਰਸਤਾ ਜਿਹੜਾ ਹੈਗਾ ਉਹ ਕਲੀਅਰ ਨਹੀਂ ਕੀਤਾ। ਇਸ ਲਈ ਕੀ ਆ, ਇਹ ਜਿਹੜਾ ਹੈਗਾ ਆਪਣਾ ਜਿਹੜਾ ਪਲੈਨਟ ਦਾ ਜਿਹੜਾ ਦਰਜਾ ਵਾ ਉਹ ਖੋ ਬੈਠਿਆ। ਠੀਕ ਹੈ ਜੀ। ਤਾਂ ਇਹ ਜਿਹੜਾ ਮਤਲਬ ਜਿਹੜਾ ਮੇਨ ਜਿਹੜਾ ਰੀਜ਼ਨ ਆ ਪਲੂਟੋ ਦਾ ਪਲੈਨਟ ਨਾ ਰਹਿਣ ਦਾ ਉਹ ਇਹ ਹੈ ਕਿਉਂਕਿ ਇਹ ਗੋਲ ਵੀ ਹੈਗਾ ਅਤੇ ਇਹ ਸੂਰਜ ਦੇ ਦੁਆਲੇ ਪਰਿਕਰਮਾ ਵੀ ਕਰਦਾ। ਪਰ ਜਿਹੜਾ ਤੀਜਾ ਪੁਆਇੰਟ ਹੈ ਕਿ ਇਹਨੇ ਆਪਣਾ ਨੇਬਰਹੁੱਡ ਏਰੀਆ ਵਾ ਜਿਹੜਾ ਗ੍ਰੈਵੀਟੇਸ਼ਨਲ ਫੋਰਸ ਕਰਕੇ ਕਲੀਅਰ ਕਰਨਾ ਸੀ ਉਹ ਇਹਨੇ ਕੀਤਾ ਨਹੀਂ। ਇਸ ਲਈ ਇਹਦਾ ਜਿਹੜਾ ਹੈਗਾ ਇਹਦਾ ਆਪਣਾ ਜਿਹੜਾ ਪਲੈਨਟ ਦਾ ਦਰਜਾ ਜਿਹੜਾ ਹਟਾ ਕੇ ਇਹਨੂੰ ਡਵਾਰਫ ਪਲੈਨਟ ਜਿਹੜਾ ਹੈਗਾ ਉਹ ਬਣਾ ਦਿੱਤਾ ਗਿਆ ਵਾ। ਤਾਂ ਇਹ ਸੀਗੀ ਜੀ ਕਹਾਣੀ ਪਲੂਟੋ ਦੀ ਆਪਣੇ ਦੀ। ਤਾਂ ਹੁਣ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਕਿ ਪਲੂਟੋ ਕਿਹੜੀ ਸ਼ਰਤ ਨਹੀਂ ਪੂਰੀ ਕਰਦਾ ਜਿਹਦੇ ਕਰਕੇ ਉਹਨੂੰ ਡਵਾਰਫ ਪਲੈਨਟ ਬਣਾਇਆ ਗਿਆ। ਤਾਂ ਤੁਹਾਨੂੰ ਕਦੇ ਸਟੇਟਮੈਂਟ ਬੇਸਡ ਕੁਐਸਚਨ ਦੇ ਵਿੱਚ ਕੋਈ ਰੀਜ਼ਨ ਆ ਜਾਵੇ ਇਸ ਤਰ੍ਹਾਂ ਦਾ ਕਿ ਪਲੂਟੋ ਕਿਹੜੀ ਸ਼ਰਤ ਨਹੀਂ ਪੂਰੀ ਕਰ ਸਕਿਆ, ਤਾਂ ਤੁਸੀਂ ਇਹਨੂੰ ਬਹੁਤ ਚੰਗੀ ਤਰ੍ਹਾਂ ਜਿਹੜਾ ਹੈਗਾ ਕੁਐਸਚਨ ਨੂੰ ਅਟੈਂਪਟ ਕਰ ਸਕਦੇ ਹੋ। ਇਸ ਤੋਂ ਬਿਨਾਂ ਪਹਿਲਾਂ ਜਿਹੜੀ ਬੁੱਕ ਦੇ ਵਿੱਚ ਜਿਹੜੀ ਨੌਲੇਜ ਦਿੱਤੀ ਹੋਈ ਸੀ ਪਲੂਟੋ ਬਾਰੇ ਉਹ ਵੀ ਬਹੁਤ ਇੰਪੋਰਟੈਂਟ ਹੈ, ਤਾਂ ਉਹ ਵੀ ਤੁਸੀਂ ਯਾਦ ਰੱਖਣੀ ਆ। ਅਤੇ ਇਹ ਜਿਹੜੀਆਂ 3 ਸ਼ਰਤਾਂ ਨੇ ਅਤੇ ਪਲੂਟੋ ਕਿਹੜੀ ਸ਼ਰਤ ਪੂਰੀ ਨਹੀਂ ਕਰਦਾ ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਅੱਜ ਲਈ ਪਲੂਟੋ ਬਾਰੇ ਆਪਾਂ ਗੱਲ ਕਰਨੀ ਸੀ ਤਾਂ ਅੱਜ ਲਈ ਬਹੁਤ ਹੈ। ਤੁਸੀਂ ਵੀਡੀਓ ਨੂੰ ਦੇਖੋ, ਇਹਦੇ 'ਚ ਇੰਪੋਰਟੈਂਟ ਪੁਆਇੰਟ ਨੋਟ ਕਰੋ, ਫਰੈਂਡਸ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।